ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਤੋਂ ਪੰਜਾਬ ਆਉਣ ਵਾਲਿਆਂ ਲਈ ਖੁਸ਼ਖਬਰੀ, ਟੋਰਾਂਟੋ ਤੋਂ ਅੰਮ੍ਰਿਤਸਰ ਵਿੱਚ ਉਡਾਨ ਹੋਈ ਸ਼ੁਰੂ। ਇਮੀਗ੍ਰੇਸ਼ਨ ਬਾਰੇ ਵੱਡੀ ਖਬਰ, ਜਾਣੋ ਕਿੰਨੇ ਉਮੀਦਵਾਰਾਂ ਨੂੰ ਮਿਲੇ ਸੱਦੇ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦਾ ਸਵਾਗਤ, ਨੋਵਾ ਸਕੋਸ਼ੀਆ ਤੋਂ ਆਈ ਇਸ ਦੀ ਜਾਣਕਾਰੀ। ਸਰਕਾਰ ਖਿਲਾਫ ਜਾਂਚ ਦੀ ਮੰਗ, ਚੋਣਾਂ ਵਿੱਚ ਦਖਲ ਅੰਦਾਜ਼ੀ ਦਾ ਉੱਠਿਆ ਮੁੱਦਾ। ਕੈਨੇਡਾ ਤੋਂ ਪੰਜਾਬ ਦਾ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਉਡਾਨਾਂ ਚਲਾਈਆਂ ਜਾ ਰਹੀਆਂ ਨੇ। ਇਹ ਉਪਰਾਲਾ ਇਟਲੀ ਦੀ ਇੱਕ 에ਅਰਲਾਈਨ ਵੱਲੋਂ ਕੀਤਾ ਜਾ ਰਿਹਾ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਹਿਲੀ ਉਡਾਨ ਕਦੋਂ ਸ਼ੁਰੂ ਕੀਤੀ ਜਾ ਰਹੀ ਹੈ। ਕੈਨੇਡਾ ਤੋਂ ਪੰਜਾਬ ਦਾ ਸਫ਼ਰ ਕਰਨ ਵਾਲੇ ਅਤੇ ਅਮਰੀਕਾ ਤੋਂ ਪੰਜਾਬ ਦਾ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਹੁਣ ਜਲਦ ਟੋਰਾਂਟੋ ਤੇ ਨਿਊਯਾਰਕ ਤੋਂ ਅੰਮ੍ਰਿਤਸਰ ਵਾਸਤੇ ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਜਾਣਕਾਰੀ ਮੁਤਾਬਕ ਟੋਰਾਂਟੋ ਤੇ ਨਿਊਯਾਰਕ ਤੋਂ ਅੰਮ੍ਰਿਤਸਰ ਵਾਸਤੇ 6 ਅਪ੍ਰੈਲ ਤੋਂ ਉਡਾਨਾਂ ਚਲਾਈਆਂ ਜਾਣਗੀਆਂ, ਜੋ ਕਿ ਨਿਊਜ਼ 에ਅਰ ਦੀਆਂ ਹੋਣਗੀਆਂ। ਹੁਣ ਜਿਨ੍ਹਾਂ ਨੇ ਵੀ ਟੋਰਾਂਟੋ ਤੇ ਨਿਊਯਾਰਕ ਤੋਂ ਪੰਜਾਬ ਦਾ ਸਫ਼ਰ ਕਰਨਾ ਹੈ, ਉਹਨਾਂ ਵਾਸਤੇ ਹਵਾਈ ਸਫ਼ਰ ਕਾਫੀ ਸੌਖਾ ਹੋ ਜਾਵੇਗਾ। ਕਾਫੀ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਖਬਰ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਇਹਨਾਂ ਪੰਜਾਬੀਆਂ ਨੂੰ ਹੁਣ ਵੱਡੀ ਖੁਸ਼ਖਬਰੀ ਮਿਲ ਚੁੱਕੀ ਹੈ, ਜਿੱਥੇ ਇਟਲੀ ਦੀ ਨਿਊਜ਼ 에ਅਰ ਨੇ 6 ਅਪ੍ਰੈਲ ਸਾਲ 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਤੇ ਅਮਰੀਕਾ ਦੇ ਨਿਊਯਾਰਕ ਨਾਲ ਉਡਾਨਾਂ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਊਜ਼ 에ਅਰ ਦੁਆਰਾ ਟੋਰਾਂਟੋ ਨਾਲ ਜੋੜੇ ਜਾਣ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਵਾਸਤੇ ਸਿੱਧੀਆਂ ਉਡਾਨਾਂ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਹ ਨਵੀਂ ਉਡਾਨ ਦੇ ਸ਼ੁਰੂ ਹੋਣ ਦੇ ਨਾਲ ਟੋਰਾਂਟੋ ਵਾਸਤੇ ਯਾਤਰੀਆਂ ਨੂੰ ਰਾਹਤ ਮਿਲੇਗੀ। ਇਸ ਬਾਰੇ ਦੱਸਿਆ ਗਿਆ ਕਿ 에ਅਰ ਨੇ ਦਸੰਬਰ 2022 ਵਿੱਚ ਮਿਲਾਨ, ਮਲਪੈਸਾ ਅਤੇ ਅੰਮ੍ਰਿਤਸਰ ਵਿਚਕਾਰ ਉਡਾਨਾਂ ਸ਼ੁਰੂ ਕੀਤੀਆਂ। 에ਅਰਲਾਈਨ ਨੇ ਕੋਵਿਡ-19 ਦੌਰਾਨ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ। ਨਾਲ ਹੀ ਅੰਮ੍ਰਿਤਸਰ ਤੋਂ ਮਿਲਾਨ ਦੇ ਅਤੇ ਰੋਮ ਦੇ 에ਅਰਪੋਰਟ ਤੱਕ ਵੀ ਉਹਨਾਂ ਵੱਲੋਂ ਚਾਰਟਰਡ ਉਡਾਨਾਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਲਗਾਤਾਰ ਉਡਾਨਾਂ ਸ਼ੁਰੂ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਤੋਂ ਇਹ ਉਡਾਨ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਸਵੇਰੇ 6:50 ਤੇ ਮਿਲਾਨ ਪਹੁੰਚੇਗੀ। ਇੱਥੋਂ ਫਿਰ ਸਵੇਰੇ 10 ਵਜੇ ਇਹ ਉਡਾਨ ਰਵਾਨਾ ਹੋ ਕੇ ਸ਼ੁੱਕਰਵਾਰ ਰਾਤ 9:15 ਤੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਤੱਕ ਰੁਕਣਗੇ। ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫ਼ਰ ਸਿਰਫ 18 ਘੰਟੇ 45 ਮਿੰਟ ਅਤੇ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਦੂਰੀ 21 ਘੰਟੇ 15 ਮਿੰਟ ਦੇ ਵਿੱਚ ਪੂਰੀ ਕਰ ਲਈ ਜਾਵੇਗੀ। ਇਮੀਗ੍ਰੇਸ਼ਨ ਬਾਰੇ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਫਰਵਰੀ ਮਹੀਨੇ ਕਿੰਨੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਫਰਵਰੀ ਮਹੀਨੇ 3 ਡਰਾਅ ਕੱਢੇ ਗਏ, 2 PNP ਅਤੇ 1 ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਜਿਨ੍ਹਾਂ ਰਾਹੀਂ 4000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਹਨ। ਇਮੀਗ੍ਰੇਸ਼ਨ ਦੇ ਬਾਰੇ ਇੱਕ ਚੰਗੀ ਖਬਰ ਸਾਹਮਣੇ, ਜਿੱਥੇ ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਨੂੰ PR ਦੇ ਸੱਦੇ ਜਾਰੀ ਕੀਤੇ ਗਏ। ਐਕਸਪ੍ਰੈਸ ਐਂਟਰੀ ਦੇ ਜੋ ਫਰਵਰੀ ਮਹੀਨੇ ਦੌਰਾਨ ਡਰਾਅ ਐਲਾਨ ਕੀਤੇ ਗਏ, ਉਸ ਦਾ ਵੇਰਵਾ ਦੱਸਿਆ ਗਿਆ ਹੈ। ਇਹਨਾਂ ਨਤੀਜਿਆਂ ਤੋਂ ਪਤਾ ਚੱਲਿਆ ਕਿ 4000 ਤੋਂ ਵੱਧ ਉਮੀਦਵਾਰਾਂ ਨੂੰ ਅਪਲਾਈ ਕਰਨ ਵਾਸਤੇ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਇਸ ਮਹੀਨੇ IRCC ਵੱਲੋਂ 2 PNP ਅਤੇ 1 ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਇਨ੍ਹਾਂ ਡਰਾਅਸ ਵਿੱਚ ਕੁੱਲ ਮਿਲਾ ਕੇ 4892 ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਬਾਕੀ ਮਹੀਨਿਆਂ ਦੇ ਮੁਕਾਬਲੇ ਇਸ ਮਹੀਨੇ CRS ਸਕੋਰ ਵੀ ਹੇਠਾਂ ਦਰਜ ਕੀਤਾ ਗਿਆ। ਪਹਿਲੀ ਫਰਵਰੀ 2023 ਦੇ ਡਰਾਅ ਵਿੱਚ ਕੁੱਲ 893 ਸੱਦੇ ਜਾਰੀ ਕੀਤੇ ਗਏ ਤੇ CRS ਸਕੋਰ 791 ਰਿਹਾ। 2 ਫਰਵਰੀ 2023 ਨੂੰ 3300 ਇਨਵੀਟੇਸ਼ਨ ਦਿੱਤੇ ਗਏ ਤੇ CRS ਸਕੋਰ 499 ਤੇ ਦਰਜ ਕੀਤਾ ਗਿਆ। 15 ਫਰਵਰੀ ਦੇ ਡਰਾਅ ਦੇ ਵਿੱਚ 699 ਇਨਵੀਟੇਸ਼ਨ ਜਾਰੀ ਕੀਤੇ ਗਏ ਤੇ 733 ਦਾ ਸਕੋਰ ਕੱਟ ਆਫ ਦੇਖਣ ਨੂੰ ਮਿਲਿਆ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਕਿਊਬੈਕ ਦੇ ਰਾਹੀਂ ਜੋ ਅਸਾਈਲਮ ਸੀਕਰਸ ਆਏ ਨੇ, ਉਹਨਾਂ ਵਿੱਚੋਂ ਕੁਝ ਨੋਵਾ ਸਕੋਸ਼ੀਆ ਦੇ ਵਿੱਚ ਪਹੁੰਚੇ। 60 ਤੋਂ ਵੱਧ ਅਸਾਈਲਮ ਸੀਕਰਸ ਦਾ ਨੋਵਾ ਸਕੋਸ਼ੀਆ ਸੂਬੇ ਵੱਲੋਂ ਸਵਾਗਤ ਕੀਤਾ ਗਿਆ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਬੋਲਦੇ ਹੋਏ ਦਿਖਾਈ ਦਿੱਤੇ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦਾ ਮੁੱਦਾ ਇਨੀ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਕਿਊਬੈਕ ਸੂਬੇ ਵੱਲੋਂ ਇਸ ਸੰਬੰਧੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਅਸਾਈਲਮ ਸੀਕਰਸ ਨੂੰ ਅਲੱਗ-ਅਲੱਗ ਸੂਬਿਆਂ ਵਿੱਚ ਭੇਜਿਆ ਜਾਵੇ। ਨੋਵਾ ਸਕੋਸ਼ੀਆ ਤੋਂ ਖਾਸ ਜਾਣਕਾਰੀ ਸਾਹਮਣੇ, ਜਿੱਥੇ ਦੱਸਿਆ ਗਿਆ ਕਿ ਹੁਣ ਤੱਕ 63 ਅਸਾਈਲਮ ਸੀਕਰਸ ਦਾ ਉਹਨਾਂ ਵੱਲੋਂ ਸਵਾਗਤ ਕੀਤਾ ਗਿਆ, ਜਿਹੜੇ ਕਿ ਕੈਨੇਡਾ ਵਿੱਚ ਕਿਊਬੈਕ ਦੇ ਜ਼ਰੀਏ ਆਏ ਹਨ। ਇਸ ਬਾਰੇ ਨੋਵਾ ਸਕੋਸ਼ੀਆ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਡਿਟੇਲ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਮੌਜੂਦਾ ਸਮੇਂ ਕਿੰਨੇ ਅਸਾਈਲਮ ਸੀਕਰਸ ਉਹਨਾਂ ਦੀ ਪ੍ਰੋਵਿੰਸ ਵਿੱਚ ਨੇ।
ਸਪੋਕਸਪਰਸਨ ਵੱਲੋਂ ਦੱਸਿਆ ਗਿਆ ਕਿ ਹੁਣ ਨੋਵਾ ਸਕੋਸ਼ੀਆ ਵੱਲੋਂ ਇਸ ਸੰਬੰਧੀ ਫੈਡਰਲ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਅਸਾਈਲਮ ਸੀਕਰਸ ਨੂੰ ਸੈਟਲ ਕਰਨ ਤੇ ਵਰਕ ਪਰਮਿਟ ਦੇਣ ਦੇ ਵਿੱਚ ਮਦਦ ਕੀਤੀ ਜਾਵੇਗੀ। ਫਿਲਹਾਲ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਨੋਵਾ ਸਕੋਸ਼ੀਆ ਦੇ ਵਿੱਚ ਜਿਹੜੇ ਅਸਾਈਲਮ ਸੀਕਰਸ ਦਾ ਸਵਾਗਤ ਕੀਤਾ ਗਿਆ ਉਹਨਾਂ ਵਿੱਚੋਂ ਕਿੰਨੇ ਇਸ ਸੂਬੇ ਅੰਦਰ ਹੀ ਰਹਿਣਗੇ। ਇਸ ਤੋਂ ਇਲਾਵਾ 4 ਐਟਲਾਂਟਿਕ ਪ੍ਰੀਮੀਅਰ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਐਲਾਨ ਕੀਤਾ ਗਿਆ ਕਿ ਇੱਥੇ ਵੀ ਉਹਨਾਂ ਵੱਲੋਂ ਅਸਾਈਲਮ ਸੀਕਰਸ ਦਾ ਸਵਾਗਤ ਕੀਤਾ ਜਾਵੇਗਾ। ਦੱਸ ਦਈਏ ਕਿ ਕਿਊਬਿਕ ਦੇ ਪ੍ਰੀਮੀਅਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ ਇਹਨਾਂ ਅਸਾਈਲਮ ਸੀਕਰਸ ਨੂੰ ਅਲੱਗ-ਅਲੱਗ ਸੂਬਿਆਂ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪਹਿਲਾਂ ਹੀ ਪ੍ਰੋਵਿੰਸ ਆਪਣੀ ਭਾਸ਼ਾ ਨੂੰ ਲੈ ਕੇ ਕਈ ਕਦਮ ਚੁੱਕ ਰਿਹਾ ਹੈ। ਫੈਡਰਲ ਸਰਕਾਰ ਵੱਲੋਂ ਇਸ ਬਾਰੇ ਡੀਟੇਲ ਸਾਂਝੀ ਕਰਦਿਆਂ ਕਿਹਾ ਗਿਆ ਕਿ ਕਿਊਬਿਕ ਦੇ ਵਿੱਚ ਸਾਲ 2022 ਦੌਰਾਨ 39,000 ਦੇ ਕਰੀਬ ਲੋਕਾਂ ਵੱਲੋਂ ਅਸਾਈਲਮ ਕਲੇਮ ਕੀਤਾ ਗਿਆ ਤੇ ਹੁਣ ਅਗਲੇ ਅੰਕੜੇ ਉਹਨਾਂ ਵੱਲੋਂ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਵਿਰੋਧੀ ਧਿਰ ਦੇ ਲੀਡਰ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਫੈਡਰਲ ਚੋਣਾਂ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹੋਈ ਹੈ। ਇਹ ਮੁੱਦਾ ਇਨ੍ਹਾਂ ਦਿਨੀ ਕੈਨੇਡਾ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੀਅਰ ਪੋਲੀਏਵ ਮੰਗ ਕਰ ਰਹੇ ਨੇ ਕਿ ਟਰੂਡੋ ਸਰਕਾਰ ਖਿਲਾਫ ਕਾਰਵਾਈ ਹੋਵੇ। ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹੋਈ ਹੈ। ਇਸ ਸੰਬੰਧੀ ਉਹਨਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਇਸ ਬਾਰੇ ਇੱਕ ਵਾਰ ਫਿਰ ਤੋਂ ਬੋਲਦੇ ਹੋਏ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ ਜਿੱਥੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਫੋਰਨ ਇਲੈਕਸ਼ਨ ਇੰਟਰਫੇਰੈਂਸ ਸੰਬੰਧੀ ਜਾਂਚ ਹੋਣੀ ਚਾਹੀਦੀ ਹੈ। That Justin Trudeau knew about all of this. He knew that the regime in Beijing was directing funds to the Trudeau Foundation. He knew that there were supporters of the regime who attended fundraisers at which he was present. He knew through briefing notes that he has received and that his office has been provided showing the massive interference in both the 2019 and 2021 elections. And what did he do about it? One thing. He appointed a panel and had a report written by someone who is the former head of the Trudeau Foundation, a foundation which received $200,000 of money directed by the regime in Beijing. That's it. No foreign influence registry, no laws to protect the Canadian diaspora community, no laws to shut down the police stations run by foreign governments, no action against foreign interference, and no effort to inform the Canadian people that all of this was happening to our democracy. Justin Trudeau has done nothing but try to intimidate members of CSIS, try to attack the courageous whistleblowers in our intelligence services who've been attempting to speak out. They must, by the way, be very desperate to get the truth out because they are so concerned at Trudeau's failure to respond after years of him being aware of this foreign interference. They would not be bringing all of these details to public light if they were not very concerned about the Prime Minister's personal behavior on this file. And his unwillingness to protect Canada's national interest and security. So Conservatives are announcing today we support an independent and public inquiry on the following conditions. One, it has to be independent. All parties in the Parliament must agree on who the commissioner is. We cannot have yet another Liberal crony. 15 ਸਾਲਾ ਲੜਕੇ ਵੱਲੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਲੜਕੇ ਨੂੰ ਗ੍ਰਿਫਤਾਰ ਕੀਤਾ ਤੇ ਇਸ ਉੱਪਰ ਚਾਰजेस ਵੀ ਲਗਾਏ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਇਸ ਦੇ ਸਾਥੀਆਂ ਦੀ ਭਾਲ ਜਾਰੀ ਹੈ ਜੋ ਕਿ ਅਜੇ ਤੱਕ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤੇ ਗਏ। ਕਾਰ ਚੈਕਿੰਗ ਦੇ ਮਾਮਲੇ ਦੇ ਵਿੱਚ ਇੱਕ ਲੜਕੇ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਸ ਨੂੰ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਹਾਂ, ਟੋਰਾਂਟੋ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਮਾਊਂਟ ਡੈਨਿਸ ਏਰੀਆ ਤੋਂ ਕਾਰ ਚੈਕਿੰਗ ਦਾ ਜੋ ਮਾਮਲਾ ਸਾਹਮਣੇ ਹੈ ਉਸ ਸੰਬੰਧੀ 15 ਸਾਲਾ ਲੜਕੇ ਖਿਲਾਫ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਇਸ ਲੜਕੇ ਨੂੰ ਹੁਣ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੂੰ ਰਾਤ ਵੇਲੇ ਜੇਨ ਸਟਰੀਟ ਤੇ ਵੈਸਟਰਨ ਰੋਡ ਦੇ ਨੇੜੇ ਬੁਲਾਇਆ ਗਿਆ। ਪੁਲਿਸ ਦੇ ਦੱਸਣ ਮੁਤਾਬਕ 2 ਪੀੜਤ ਪਾਰਕ ਕੀਤੇ ਵਾਹਨ ਦੇ ਵਿੱਚ ਪਹੁੰਚੇ ਹੋਏ ਸਨ। ਇਸ ਦੌਰਾਨ 3 ਸਸਪੈਕਟ ਉਹਨਾਂ ਵੱਲ ਆਉਂਦੇ ਨੇ ਤੇ ਉਹਨਾਂ ਦੇ ਮਾਸਕ ਪਹਿਨੇ ਹੋਏ ਸੀ। ਇਹਨਾਂ ਵਿੱਚੋਂ ਇੱਕ ਸਸਪੈਕਟ ਨੇ ਹਥਿਆਰ ਕੱਢਿਆ ਅਤੇ ਉਹ ਵਿਕਟਮਸ ਨੂੰ ਬਾਹਰ ਆਉਣ ਦੀ ਗੱਲ ਕਹਿਣ ਲੱਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਾਹਨ ਨੂੰ ਟਰੈਕ ਕਰ ਲਿਆ ਗਿਆ। ਸਸਪੈਕਟ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਏ ਸਨ। ਉਹਨਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਪਹਿਚਾਣ ਤਾਂ ਅਜੇ ਜਨਤਕ ਨਹੀਂ ਕੀਤੀ ਗਈ ਪਰ ਇਸ ਸਸਪੈਕਟ ਦੀ ਉਮਰ 15 ਸਾਲ ਦੇ ਕਰੀਬ ਦੱਸੀ ਗਈ ਜੋ ਕਿ ਟੋਰਾਂਟੋ ਦੇ ਨਾਲ ਸੰਬੰਧਿਤ ਹੈ।
ਹੁਣ ਪੁਲਿਸ ਅਧਿਕਾਰੀਆਂ ਨੇ ਇਸ ਖਿਲਾਫ ਕਈ ਚਾਰजेस ਲਗਾਏ ਨੇ। ਆਫੀਸਰਸ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਅਜੇ ਬਾਕੀ ਸਸਪੈਕਟਸ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਡਿਟੇਲ ਜਨਤਕ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਯੂਕਰੇਨ ਤੇ ਰੂਸ ਦੀ ਜੰਗ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈ। ਇਹ ਜੰਗ ਦੂਸਰੇ ਸਾਲ ਵਿੱਚ ਦਾਖਲ ਹੋ ਚੁੱਕੀ ਹੈ, ਪਰ ਅਜੇ ਵੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇੱਕ ਵਾਰ ਫਿਰ ਤੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ, ਜਿਹਦੇ ਅਪਾਰਟਮੈਂਟ ਦੇ ਉੱਪਰ ਮਿਸਾਈਲ ਸਿੱਟੀ ਗਈ। 3 ਜਾਣਿਆਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ। ਰੂਸ ਤੇ ਯੂਕਰੇਨ ਦੀ ਜੰਗ ਨੂੰ 1 ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਵੀ ਰੂਸ ਲਗਾਤਾਰ ਯੂਕਰੇਨ ਤੇ ਹਮਲੇ ਕਰ ਰਿਹਾ ਹੈ। ਤਾਜ਼ਾ ਮਾਮਲਾ ਮਿਸਾਈਲ ਸਟ੍ਰਾਈਕ ਦਾ ਸਾਹਮਣੇ ਆਇਆ, ਜਿੱਥੇ ਯੂਕਰੇਨ ਦੇ ਅਪਾਰਟਮੈਂਟ ਦੇ ਉੱਪਰ ਰੂਸ ਵੱਲੋਂ ਮਿਸਾਈਲ ਦਾਗੇ ਗਏ। ਇਸ ਕਾਰਨ 3 ਜਾਣਿਆਂ ਦੀ ਜਾਨ ਚਲੀ ਗਈ ਹੈ। ਅਧਿਕਾਰੀਆਂ ਵੱਲੋਂ ਇਸ ਬਾਰੇ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ 5 ਸਟੋਰੀ ਅਪਾਰਟਮੈਂਟ ਬਿਲਡਿੰਗ ਦੇ ਉੱਪਰ ਰਸ਼ੀਆ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਦੌਰਾਨ 3 ਦੀ ਜਾਨ ਚਲੀ ਗਈ ਤੇ 6 ਜਾਣੇ ਜ਼ਖਮੀ ਹੋਏ ਹਨ। ਹੁਣ ਇਹ ਜੰਗ ਦੂਸਰੇ ਸਾਲ ਵਿੱਚ ਦਸਤਕ ਦੇ ਚੁੱਕੀ ਹੈ, ਪਰ ਅਜੇ ਵੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਦਾ ਵੀ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਮੌਜੂਦਾ ਸਥਿਤੀ ਬਾਰੇ ਦੱਸਿਆ ਕਿ ਜਿਸ ਬਿਲਡਿੰਗ ਦੇ ਉੱਪਰ ਹਮਲਾ ਕੀਤਾ ਗਿਆ ਉਹ ਕਾਫੀ ਨੁਕਸਾਨੀ ਗਈ ਹੈ। ਇਸ ਤੋਂ ਇਲਾਵਾ ਸਟੇਟ ਐਮਰਜੈਂਸੀ ਸਰਵਿਸ ਵੱਲੋਂ ਇੱਕ ਸਟੇਟਮੈਂਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਇਸ ਦੌਰਾਨ ਉਹਨਾਂ ਵੱਲੋਂ 11 ਜਾਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਹੁਣ ਜਿਹੜੇ ਥਾਂ ਤੇ ਹਮਲਾ ਕੀਤਾ ਗਿਆ, ਉਸ ਥਾਂ ਤੇ ਪਹਿਲਾਂ 7 ਲੱਖ ਦੇ ਕਰੀਬ ਲੋਕ ਰਹਿੰਦੇ ਸਨ। ਇਹ ਜੋ ਤਾਜ਼ਾ ਹਮਲੇ ਦੀ ਘਟਨਾ ਸਾਹਮਣੇ ਆਈ ਹੈ, ਇਸ ਸੰਬੰਧੀ ਵਧੇਰੇ ਅਜੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਅਪਡੇਟ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ। ਵਰਕਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਦਿਖਾਈ ਦਿੱਤੇ ਨੇ, ਜਿੱਥੇ ਉਹਨਾਂ ਵੱਲੋਂ ਇਸ ਦੀ ਵੀਡੀਓ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਸਾਂਝੀ ਕੀਤੀ ਹੈ। ਕੀ ਕਹਿਣਾ ਹੈ ਪ੍ਰਧਾਨ ਮੰਤਰੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੋਰਟ ਕੋਕੁਇਟਲਮ ਦੇ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ। ਇਹਨਾਂ ਵਰਕਰਾਂ ਦੇ ਸਵਾਲਾਂ ਦਾ ਜਵਾਬ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤਾ ਗਿਆ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Some of the challenges you're facing and some of the things that you hope to see us work on and set forward as a country together for the coming years and decades. We're at a moment in our lives and in the times we're in around the world that is a really key pivot point, I think. And it's not just any one thing, it's a whole bunch of different things. The war in Ukraine has brought an end to 70 years of peace and stability that we had since World War II, that has caused a lot of things to be put into question around the world. The rise of certain authoritarian powers, China and Russia and others, is challenging some of the ways we used to think about how the world would trend towards democracy and successful liberal capitalist economies. The challenge of the pandemic made us question as well a lot of the things we used to take for granted about how connected we were, about how we lived our lives and how we keep ourselves safe and keep our loved ones safe. The challenges of climate change is changing fundamentally the way we operate as communities, as civilizations, as economies, because a lot of the things that we used to do without reflecting on consequences for the world or for future generations now carry a lot heavier weight to them. These are all really big challenges that are coming together at the same time. And that's leading to a lot of anxiety, a lot of uncertainty, a lot of questions about where we are, where we're going, how well we're positioned as individuals, as communities, as a country to tackle those challenges and those changes. The pace of change is accelerating so much that staying on top and staying relevant in your professions and your careers to carry you through to retirement can seem like a real challenge. ਟਰੂਡੋ ਫਾਊਂਡੇਸ਼ਨ ਵੱਲੋਂ ਹੁਣ ਚੀਨੀ ਕਾਰੋਬਾਰੀ ਦੇ ਪੈਸੇ ਵਾਪਸ ਕੀਤੇ ਜਾਣਗੇ। ਜੋ ਫੰਡ ਚੀਨੀ ਕਾਰੋਬਾਰੀ ਵੱਲੋਂ ਦਿੱਤਾ ਗਿਆ ਸੀ, ਉਸ ਨੂੰ ਵਾਪਸ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਜੋ ਚੀਨ ਦੀ ਦਖਲਅੰਦਾਜ਼ੀ ਹੈ ਫੈਡਰਲ ਚੋਣਾਂ ਦੇ ਵਿੱਚ, ਉਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਸੀ। ਸਰਕਾਰ ਖਿਲਾਫ ਕਾਰਵਾਈ ਦੀ ਮੰਗ ਹੋ ਰਹੀ ਸੀ ਤੇ ਅਜਿਹੇ ਵਿੱਚ ਟਰੂਡੋ ਫਾਊਂਡੇਸ਼ਨ ਨੇ ਫੈਸਲਾ ਲਿਆ ਕਿ ਉਹਨਾਂ ਵੱਲੋਂ ਇਹ ਫੰਡਿੰਗ ਵਾਪਸ ਕੀਤੀ ਜਾਵੇ। ਟਰੂਡੋ ਫੈਡਰੇਸ਼ਨ ਵੱਲੋਂ ਚੀਨੀ ਕਾਰੋਬਾਰੀ ਤੋਂ ਹਾਸਲ $2 ਲੱਖ ਦੀ ਡੋਨੇਸ਼ਨ ਹੁਣ ਵਾਪਸ ਕੀਤੀ ਜਾਵੇਗੀ। ਪੀਅਰ ਐਲੀਅਟ ਟਰੂਡੋ ਫਾਊਂਡੇਸ਼ਨ ਚੀਨ ਸਰਕਾਰ ਦੇ ਇੱਕ ਸਲਾਹਕਾਰ ਵੱਲੋਂ ਦਿੱਤੀ ਗਈ ਲੱਖਾਂ ਡਾਲਰ ਦੀ ਡੋਨੇਸ਼ਨ ਨੂੰ ਹੁਣ ਵਾਪਸ ਕਰਨ ਜਾ ਰਹੀ ਹੈ। ਸਾਲ 2016 ਵਿੱਚ ਚੀਨੀ ਕਾਰੋਬਾਰੀ ਅਤੇ ਚੀਨ ਸਰਕਾਰ ਦੇ ਸਲਾਹਕਾਰ ਨੇ ਫਾਊਂਡੇਸ਼ਨ ਨੂੰ $2 ਲੱਖ ਦਿੱਤੇ ਸਨ।
ਇਸ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਕਿ ਕੈਨੇਡੀਅਨ ਸੁਰੱਖਿਆ ਅਧਿਕਾਰੀਆਂ ਨੇ ਉਸ ਡੋਨੇਸ਼ਨ ਨੂੰ ਚੀਨੀ ਸਰਕਾਰ ਨਾਲ ਜੋੜਿਆ ਸੀ। ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੈਂਗ ਨੂੰ ਪੂਰੀ ਰਕਮ ਵਾਪਸ ਮੋੜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਇੱਕ ਸੁਤੰਤਰ ਨਿਰਪੱਖ ਚੈਰਿਟੀ ਹੋਣ ਦੇ ਨਾਤੇ ਨੈਤਿਕਤਾ ਅਤੇ ਅਖੰਡਤਾ ਸਾਡੀਆਂ ਮੂਲ ਕਦਰਾਂ ਕੀਮਤਾਂ ਨੇ ਤੇ ਅਸੀਂ ਅਜਿਹੀ ਕੋਈ ਵੀ ਡੋਨੇਸ਼ਨ ਨਹੀਂ ਰੱਖ ਸਕਦੇ ਜੋ ਕਿਸੇ ਵਿਦੇਸ਼ੀ ਸਰਕਾਰ ਦੁਆਰਾ ਸਪਾਂਸਰ ਕੀਤੀ ਗਈ ਹੋਵੇ ਅਤੇ ਅਸੀਂ ਜਾਣ-ਬੁੱਝ ਕੇ ਅਜਿਹਾ ਕਦੇ ਨਹੀਂ ਕਰਦੇ। ਇਸ ਡੋਨੇਸ਼ਨ ਨੇ ਕੰਜ਼ਰਵੇਟਿਵ ਦੇ ਕੰਨ ਖੜੇ ਕਰ ਦਿੱਤੇ ਨੇ ਜੋ ਕਹਿ ਰਹੇ ਨੇ ਕਿ ਇਸ ਕਰਕੇ ਸਾਲ 2021 ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਤਾਜ਼ਾ ਰਿਪੋਰਟ ਨਾਲ ਸਮਝੌਤਾ ਕੀਤਾ ਗਿਆ। ਸਾਲ 2021 ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਪਬਲਿਕ ਸਰਵੈਂਟ ਦੇ ਕੰਮ ਦਾ ਮੁਲਾਂਕਣ ਕਰਨ ਵਾਲੀ ਇੱਕ ਰਿਪੋਰਟ ਰਿਲੀਜ਼ ਕੀਤੀ ਗਈ ਸੀ। ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਵੋਟਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਹੋਈ ਹੈ ਪਰ ਉਨ੍ਹਾਂ ਕੋਸ਼ਿਸ਼ਾਂ ਨੇ ਚੋਣ ਦੀ ਸਮੁੱਚੀ ਅਖੰਡਤਾ ਨੂੰ ਪ੍ਰਭਾਵਿਤ ਨਹੀਂ ਕੀਤਾ। ਇਹ ਰਿਪੋਰਟ ਮੌਰਿਸ ਦੁਆਰਾ ਤਿਆਰ ਕੀਤੀ ਗਈ ਹੈ ਜੋ ਕਿ 30 ਸਾਲਾਂ ਤੋਂ ਵੱਧ ਸਮੇਂ ਵਾਸਤੇ ਸਾਬਕਾ ਸੀਨੀਅਰ ਪਬਲਿਕ ਸਰਵੈਂਟ ਸਨ। ਜਦੋਂ ਜੈਂਗ ਨੇ ਡੋਨੇਸ਼ਨ ਦਿੱਤੀ ਸੀ ਉਸ ਵੇਲੇ ਰੋਜ਼ਨਬਰਗ ਟਰੂਡੋ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਸਨ। ਉਨ੍ਹਾਂ ਵੱਲੋਂ ਰਿਪੋਰਟ ਦੇ ਜਨਤਕ ਕੀਤੇ ਜਾਣ ਤੋਂ ਪਹਿਲਾਂ ਹੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਸੀ ਕਿ ਇਹ ਸੰਬੰਧਿਤ ਉਨ੍ਹਾਂ ਦੇ ਕੰਮ ਬਾਰੇ ਬੇਇਤਬਾਰੀ ਪੈਦਾ ਕਰੇਗਾ। ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਇਹ ਰਿਪੋਰਟ ਬੇਇਤਬਾਰੀ ਪੈਦਾ ਕਰਦਾ ਹੈ। ਸਰਕਾਰ ਨੂੰ ਇਸ ਮੁੱਦੇ ਦਾ ਅਧਿਐਨ ਕਰਨ ਵਾਲੀ ਹਾਊਸ ਕਮੇਟੀ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ, ਇਹ ਵੀ ਉਨ੍ਹਾਂ ਵੱਲੋਂ ਕਿਹਾ ਗਿਆ। ਉਨ੍ਹਾਂ ਨੂੰ ਆਪਣਾ ਰੁਕਾਵਟ ਬੰਦ ਕਰਨਾ ਚਾਹੀਦਾ ਹੈ ਤੇ ਐਨਡੀਪੀ ਨੂੰ ਵੀ ਕਮੇਟੀ ਵਿੱਚ ਲਿਬਰਲਸ ਦੀ ਰੱਖਿਆ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਕੈਨੇਡੀਅਨਸ ਦੀ ਦਖਲਅੰਦਾਜ਼ੀ ਦੀ ਹੱਦ ਦਾ ਪਤਾ ਲੱਗ ਸਕੇ। ਕੋਵਿਡ-19 ਟੈਸਟ ਕਿਟਸ ਹੁਣ ਬੰਦ ਕੀਤੀਆਂ ਜਾ ਰਹੀਆਂ ਨੇ। ਫੈਡਰਲ ਸਰਕਾਰ ਇਹ ਕਿਟਸ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਨਹੀਂ ਭੇਜੇਗੀ। ਇਸ ਦਾ ਕਾਰਨ ਹੈ ਕਿ ਇਹ ਕਿੱਟਾਂ ਪਈਆਂ ਐਕਸਪਾਇਰ ਹੋ ਰਹੀਆਂ ਨੇ। ਮਿਆਦ ਖਤਮ ਹੋਣ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਉੱਥੇ ਦੱਸਿਆ ਗਿਆ ਕਿ ਹੁਣ ਇਹਨਾਂ ਕਿਟਸ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ ਜਾ ਰਹੀ, ਜਿਸ ਤੋਂ ਬਾਅਦ ਫੈਡਰਲ ਸਰਕਾਰ ਨੇ ਵੱਡਾ ਫੈਸਲਾ ਲਿਆ। ਫੈਡਰਲ ਸਰਕਾਰ ਵੱਲੋਂ ਕੋਵਿਡ-19 ਰੈਪਿਡ ਟੈਸਟ ਕਿਟਸ ਦੇ ਸੰਬੰਧ ਵਿੱਚ ਨਵਾਂ ਫੈਸਲਾ ਲਿਆ ਗਿਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਸੂਬਿਆਂ ਨੂੰ ਕੋਵਿਡ-19 ਰੈਪਿਡ ਟੈਸਟ ਕਿਟਸ ਦੇਣਾ ਹੁਣ ਬੰਦ ਕੀਤਾ ਜਾ ਰਿਹਾ ਹੈ। ਫੈਡਰਲ ਸਰਕਾਰ ਨੇ ਪ੍ਰੋਵਿੰਸਸ ਨੂੰ ਕੋਵਿਡ-19 ਰੈਪਿਡ ਟੈਸਟ ਕਿਟਸ ਸਪਲਾਈ ਕਰਨ ਦਾ ਸਿਲਸਿਲਾ ਖਤਮ ਕਰ ਦਿੱਤਾ ਕਿਉਂਕਿ ਲੱਖਾਂ ਕਿਟਸ 1 ਸਾਲ ਦੇ ਅੰਦਰ ਐਕਸਪਾਇਰ ਹੋ ਰਹੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਕਿਸੇ ਵੇਲੇ ਇੱਕ ਅਹਿਮ ਟੂਲ ਰਹੀ ਇਹ ਕਿਟਸ ਹੁਣ ਆਪਣਾ ਮਹੱਤਵ ਗਵਾ ਚੁੱਕੀ ਹੈ। ਹੈਲਥ ਕੈਨੇਡਾ ਨੇ ਇਸ ਬਾਰੇ ਈਮੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਦੱਸਿਆ ਕਿ ਫੈਡਰਲ ਭੰਡਾਰ ਵਿੱਚ ਇਸ ਸਮੇਂ 90 ਮਿਲੀਅਨ ਰੈਪਿਡ ਟੈਸਟ ਕਿਟਸ ਮੌਜੂਦ ਹਨ। ਇਹਨਾਂ ਵਿੱਚੋਂ ਕਰੀਬ 80,000 ਦੀ ਮਿਆਦ 6 ਮਹੀਨਿਆਂ ਦੇ ਅੰਦਰ ਅਤੇ 6.5 ਮਿਲੀਅਨ ਦੀ 1 ਸਾਲ ਦੇ ਅੰਦਰ ਖਤਮ ਹੋਣ ਵਾਲੀ ਹੈ। ਬਾਕੀ 2 ਸਾਲਾਂ ਦੇ ਅੰਦਰ ਐਕਸਪਾਇਰ ਹੋ ਰਹੀਆਂ ਨੇ। ਪੈਂਡੈਮਿਕ ਦੀ ਸ਼ੁਰੂਆਤ ਤੋਂ ਬਾਅਦ ਕੈਨੇਡਾ ਨੇ 811 ਮਿਲੀਅਨ ਰੈਪਿਡ ਟੈਸਟ ਕਿਟਸ ਦਾ ਆਰਡਰ ਦਿੱਤਾ ਜਿਸ ਵਿੱਚ $5 ਬਿਲੀਅਨ ਦਾ ਖਰਚ ਆਇਆ ਸੀ। ਇਹਨਾਂ ਵਿੱਚੋਂ 680 ਮਿਲੀਅਨ ਕਿਟਸ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਭੇਜੀਆਂ ਜਾ ਚੁੱਕੀਆਂ ਨੇ। ਸਾਲ 2021 ਦੇ ਆਖਿਰ ਵਿੱਚ ਕੋਵਿਡ ਦੀ ਚੌਥੀ ਵੇਵ ਨੇ ਜਿਸ ਵੇਲੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲਿਆ ਉਸ ਵੇਲੇ ਹਰੇਕ ਰੀਜਨ ਵੱਧ ਤੋਂ ਵੱਧ ਟੈਸਟ ਕਰਵਾਉਣ ਦੇ ਯਤਨ ਕਰ ਰਿਹਾ ਸੀ। ਕਈ ਸੂਬਿਆਂ ਵਿੱਚ ਹਸਪਤਾਲ ਆਪਣੀ ਸਮਰੱਥਾ ਤੋਂ ਵੱਧ ਕੰਮ ਕਰ ਰਹੇ ਸਨ ਅਤੇ ਅਜਿਹੇ ਵਿੱਚ ਟੈਸਟ ਕਿਟਸ ਕੋਵਿਡ ਰਿਸਪੌਂਸ ਦਾ ਇੱਕ ਅਹਿਮ ਹਿੱਸਾ ਬਣ ਗਈਆਂ। ਇਸ ਤੋਂ ਇਲਾਵਾ ਹੈਲਥ ਕੈਨੇਡਾ ਨੇ ਕਿਹਾ ਕਿ ਜਨਵਰੀ ਦੇ ਅੰਤ ਵਿੱਚ ਕਿਟਸ ਦੀ ਸਪਲਾਈ ਨੂੰ ਖਤਮ ਕਰਨ ਦਾ ਫੈਸਲਾ ਸੂਬੇ ਅਤੇ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਲਿਆ ਗਿਆ ਕਿਉਂਕਿ ਉਨ੍ਹਾਂ ਕੋਲ ਲੋੜੀਂਦੀ ਸਪਲਾਈ ਮੌਜੂਦ ਹੈ। ਫੈਡਰਲ ਭੰਡਾਰ ਤੋਂ ਵੱਖਰੀਆਂ ਸੂਬਾਈ ਹੈਲਥ ਅਥਾਰਟੀਆਂ ਕੋਲ ਵੀ ਲੱਖਾਂ ਰੈਪਿਡ ਟੈਸਟ ਕਿਟ ਮੌਜੂਦ ਨੇ। ਬ੍ਰਿਟਿਸ਼ ਕੋਲੰਬੀਆ ਕੋਲ 28 ਮਿਲੀਅਨ ਕਿਟਸ ਹਨ ਜਿਸ ਵਿੱਚੋਂ 4 ਮਿਲੀਅਨ ਤੋਂ ਵੱਧ ਅਗਲੇ 6 ਮਹੀਨਿਆਂ ਦੇ ਅੰਦਰ ਐਕਸਪਾਇਰ ਹੋ ਰਹੀਆਂ ਨੇ। ਕਿਊਬੈਕ ਕੋਲ 63 ਮਿਲੀਅਨ, ਐਲਬਰਟਾ ਕੋਲ 47.5 ਮਿਲੀਅਨ, ਸਸਕੈਚੁਅਨ ਕੋਲ 6.4 ਮਿਲੀਅਨ, ਮੈਨੀਟੋਬਾ ਕੋਲ 11 ਮਿਲੀਅਨ, ਨੋਵਾ ਸਕੋਸ਼ੀਆ ਕੋਲ 8 ਮਿਲੀਅਨ ਤੇ ਨਿਊ ਫਾਊਂਡਲੈਂਡ ਕੋਲ 2.5 ਮਿਲੀਅਨ ਕਿਟਸ ਮੌਜੂਦ ਹਨ। ਲਗਭਗ ਹਰ ਰੀਜਨ ਨੇ ਕਿਹਾ ਕਿ ਉਹਨਾਂ ਨੇ ਰੈਪਿਡ ਟੈਸਟਾਂ ਨੂੰ ਨਸ਼ਟ ਨਹੀਂ ਕੀਤਾ ਕਿਉਂਕਿ ਹੈਲਥ ਕੈਨੇਡਾ ਨੇ ਬਹੁਤ ਸਾਰੇ ਬ੍ਰਾਂਡਾਂ ਦੀ ਮਿਆਦ ਪੁੱਗਣ ਦੀ ਮਿਤੀ ਵਧਾ ਦਿੱਤੀ ਸੀ। ਜੇਕਰ ਟੈਸਟਾਂ ਦੀ ਵਰਤੋਂ ਕੀਤੇ ਜਾਣ ਤੋਂ ਪਹਿਲਾਂ ਮਿਆਦ ਖਤਮ ਹੋ ਜਾਂਦੀ ਹੈ ਤਾਂ ਉਸ ਦੀ ਅਨੁਮਾਨਿਤ ਲਾਗਤ ਜਾਂ ਫਿਰ ਰਣਨੀਤੀ ਬਾਰੇ ਉਹਨਾਂ ਨੇ ਕੁਝ ਨਹੀਂ ਕਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਕਟੋਰੀਆ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਖਾਸ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਵਿਕਟੋਰੀਆ ਦੇ ਵਿੱਚ ਉਹਨਾਂ ਵੱਲੋਂ ਜੋ ਕੁਝ ਵੀ ਐਲਾਨ ਕੀਤਾ ਗਿਆ ਇਸ ਬਾਰੇ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। ਬ੍ਰਿਟਿਸ਼ ਕੋਲੰਬੀਆ ਫਰਸਟ ਨੇਸ਼ਨਸ ਹੈਲਥ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ ਜਿੱਥੇ ਉਹਨਾਂ ਵੱਲੋਂ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਹ ਕਾਨਫਰੰਸ ਵੈਨਕੂਵਰ ਦੇ ਵਿੱਚ ਦੇਖਣ ਨੂੰ ਮਿਲੀ ਜਿਸ ਵਿੱਚ ਇੰਡੀਜੀਅਸ ਸਰਵਿਸਿਜ਼ ਮਿਨਿਸਟਰ ਵੱਲੋਂ ਵੀ ਉਚੇਚੇ ਤੌਰ ਦੇ ਉੱਪਰ ਹਿੱਸਾ ਲਿਆ ਗਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। We are gathered today to discuss First Nations health and welfare and wellness, the success, the challenges, the heartbreaking moments, but also to look into the future at the work we are continuing to do to address the social determinants of health
and improve Indigenous health outcomes. I want to thank our hosts, the First Nations Health Council, as well as the First Nations Health Authority, whom I've had the pleasure of meeting with this morning. I'm happy to be joined here by Minister Patty Hajdu. Some of you may know this already, but before entering politics, Patty worked in public health and social services. She continues to put compassion and equity at the centre of everything she does. And as Minister of Indigenous Services Canada, she will always be there working with you as partners on healthcare. I also want to acknowledge the presence of Premier Eby this morning. David and I were at the Kwantlen Polytechnic University yesterday in Langley, where we had the chance to meet with nursing students who will play such an important role in our communities once they've left school. And of course, we announced that we're moving forward together on health priorities to deliver results for people across BC. 3 weeks ago, we announced our plan to strengthen our public universal health care system. As part of this plan, we're making major investments in healthcare, $198 billion, including a $2 billion investment for the creation of the Indigenous Health Equity Fund. This fund will support First Nation, Inuit and Métis partners who can respond to the unique and systemic challenges they face every day when accessing health services. ਵੈਟਰਨ ਅਫੇਅਰਸ ਮੰਤਰੀ ਵੱਲੋਂ ਇੱਕ ਖਾਸ ਐਲਾਨ ਕੀਤਾ ਗਿਆ ਜਦੋਂ ਉਹਨਾਂ ਨੇ ਫੰਡਿੰਗ ਜਾਰੀ ਕੀਤੀ ਹੈ। ਇਸ ਫੰਡਿੰਗ ਦੇ ਨਾਲ ਕਿਹਨਾਂ ਨੂੰ ਫਾਇਦਾ ਹੋਵੇਗਾ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਵੈਟਰਨਸ ਅਫੇਅਰਸ ਮੰਤਰੀ ਵੱਲੋਂ ਇੱਕ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਨੇ ਓਵਰਸੀਜ਼ ਮੈਮੋਰੀਅਲ ਵਾਸਤੇ ਇਨਵੈਸਟਮੈਂਟ ਦਾ ਐਲਾਨ ਕੀਤਾ ਹੈ। ਉਹਨਾਂ ਵੱਲੋਂ $11.7 ਮਿਲੀਅਨ ਦੀ ਇਨਵੈਸਟਮੈਂਟ ਐਲਾਨ ਕੀਤੀ ਗਈ ਜੋ ਕਿ ਅਗਲੇ 6 ਸਾਲਾਂ ਵਾਸਤੇ ਹੋਵੇਗੀ। ਇਸ ਦੇ ਨਾਲ ਕੈਨੇਡਾ ਦੀਆਂ 15 ਓਵਰਸੀਜ਼ ਮੈਮੋਰੀਅਲ ਸਾਈਟਸ ਨੂੰ ਮੇਨਟੇਨ ਕੀਤਾ ਜਾਵੇਗਾ। ਮੰਤਰੀ ਵੱਲੋਂ ਇਸ ਮੌਕੇ ਹੋਰ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾਉਂਦੇ ਹਾਂ। Etched into the stones memorial are the names of 11,285 Canadians who lost their lives in France during the conflict, most of whom have unknown graves. Folks like Private John Fairchild Leslie from Morel PEI, just a couple of miles from where I live. Private Joseph Peters from Standing Buffalo Reserve in Saskatchewan. And Private Vid Vincent from Packetville, Quebec. Not too far from here, Beaumont Hamel Newfoundland Memorial is another remarkable site of remembrance that pays lasting tribute to all Newfoundlanders who served in the Great War. Together, these are two prominent monuments in Europe, Canada's only two national historic sites overseas, and have just For many, these sites represent connections to family members and friends, and a reminder of all those who made the ultimate sacrifice fighting for peace. In the generation since, we've done our best to care for these memorials and help to ensure the footprint of our soldiers left behind here in Europe never fades. It's why we invest $5.7 million to plant 70,000 trees here at Vimy and Beaumont Hamel. And that is why today I am so pleased to announce that Veterans Affairs Canada is investing $11.7 million over 6 years and $300,000 in ongoing operational funding. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਤੋਂ ਪੰਜਾਬ ਆਉਣ ਵਾਲਿਆਂ ਲਈ ਖੁਸ਼ਖਬਰੀ। ਟੋਰਾਂਟੋ ਤੋਂ ਅੰਮ੍ਰਿਤਸਰ ਵਿੱਚ ਉਡਾਨ ਹੋਈ ਸ਼ੁਰੂ। ਇਮੀਗ੍ਰੇਸ਼ਨ ਬਾਰੇ ਵੱਡੀ ਖਬਰ ਜਾਣੋ ਕਿੰਨੇ ਉਮੀਦਵਾਰਾਂ ਨੂੰ ਮਿਲੇ ਸੱਦੇ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦਾ ਸਵਾਗਤ। ਨੋਵਾ ਸਕੋਸ਼ੀਆ ਤੋਂ ਆਈ ਇਸ ਦੀ ਜਾਣਕਾਰੀ। ਸਰਕਾਰ ਖਿਲਾਫ ਜਾਂਚ ਦੀ ਮੰਗ। ਚੋਣਾਂ ਵਿੱਚ ਦਖਲ ਅੰਦਾਜ਼ੀ ਦਾ ਉੱਠਿਆ ਮੁੱਦਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।